ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਸ਼ੰਤ, ਜਿਸ ਵਿੱਚ ਆਪਾਂ ਵਿਚਾਰ ਰਹੇ ਸੀ ਕਿ ਸਾਨੂੰ ਸਮਝਾ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਦੋਂ ਕਿਸੇ ਜੀਵ ਤੇ ਦਇਆ ਕਰਦਾ ਹੈ, ਉਸ ਨੂੰ ਆਨੰਦ ਬਖਸ਼ਿਸ਼ ਕਰ ਦਿੰਦਾ ਹੈ। ਉਸ ਦੇ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਖੁਸ਼ੀਆਂ ਦਾ ਖੇੜਾ ਆ ਜਾਂਦਾ ਹੈ। ਮੇਰੇ ਮਨ ਆਨੰਦ ਪਿਆ ਜੀਓ ਬਜੀ ਵਧਾਈ, ਵੀ ਮੇਰੇ ਮਨ ਵਿੱਚ ਆਨੰਦ ਆ ਗਿਆ, ਖੇੜਾ ਆ ਗਿਆ। ਘਰ ਲਾਲ ਆਇਆ ਪਿਆਰਾ ਸਭ ਤਿੱਖਾ ਬੁਝਾਈ। ਆਪ ਪਿਆਰਾ ਸਾਡੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਜਾਂਦਾ ਹੈ। ਮਨ ਦੀ ਤ੍ਰਿਸ਼ਨਾ, ਮਨ ਦੀ ਮਾਇਆ ਦੀ ਭੁੱਖ, ਅਗਨ, ਇਹ ਖਤਮ ਹੋ ਜਾਂਦੀ ਹੈ। ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ। ਜਦੋਂ ਸਖੀਆਂ ਦਾ ਸੰਗ ਕਰਕੇ ਮੰਗਲ ਗਾਉਂਦੇ ਹਾਂ, ਗੁਰ ਦਾ ਗਿਆਨ ਲੈਂਦੇ, ਤੇ ਉਸ ਦੇ ਨਾਲ ਆ ਕੇ ਘਰ ਵਿੱਚ ਵਸ ਜਾਂਦਾ ਹੈ। ਜਿਨ੍ਹਾਂ ਦੇ ਘਰ ਵਿੱਚ ਵਸਿਆ ਹੈ ਉਸ ਪ੍ਰਭੂ ਦਾ ਮੰਗਲ ਗਾਉਂਦੇ ਨੇ, ਗੁਣ ਗਾਉਂਦੇ ਨੇ, ਗੁਰ ਦਾ ਗਿਆਨ ਦਿੰਦੇ ਨੇ। ਜਿਹੜੀਆਂ ਸੁਣਦੀਆਂ ਨੇ ਉਹਨਾਂ ਦੇ ਘਰ ਵਿੱਚ ਵੀ ਆ ਕੇ ਵਸਦਾ ਹੈ। ਸਭ ਮੀਤ ਬੰਦਪ ਹਰਖ ਉਪਜਿਆ, ਦੂਤ ਥੋ ਗਵਾਇਆ। ਸਾਰਿਆਂ ਦੇ ਮਨ ਦੇ ਵਿੱਚ ਖੁਸ਼ੀ ਆ ਜਾਂਦੀ ਹੈ, ਕਿਉਂਕਿ ਜਦ ਮਾਰਗ ਸਾਡਾ ਛੁੱਟ ਜਾਂਦਾ ਹੈ, ਗੋਬਿੰਦ ਮਾਰਗ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਅਨਹਤ ਵਾਜੇ ਬੱਜੇ ਕਰਮ ਹੈ, ਫਿਰ ਸੰਗ ਸੇਜ ਵਿਛਾਈ। ਜਿਹੜੇ ਉਸ ਪ੍ਰਭੂ ਦੇ ਨਾਲ ਵਾਸਾ ਹੋ ਜਾਂਦਾ ਹੈ, ਉਹਨਾਂ ਦੇ ਘਰ ਦੇ ਵਿੱਚ ਫਿਰ ਅਨਹਦ ਸ਼ਬਦ ਦਾ ਬਜਾਇਆ ਜਾਂਦਾ, ਅਨਹਦ ਸ਼ਬਦ ਦਾ ਗਿਆਨ ਦਿੱਤਾ ਜਾਂਦਾ ਹੈ। ਜਿਹੜੇ ਪ੍ਰਭੂ ਦੇ ਸੰਗੀ ਨੇ। ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਤ ਸੁਖਦਾਈ। ਸਹਿਜ ਦੇ ਵਿੱਚ ਵਾਸਾ ਹੋ ਜਾਂਦਾ ਹੈ। ਸੁਖ ਦੇਣ ਵਾਲਾ ਉਹ ਕੰਤ ਪਿਆਰਾ ਹਰੀ ਪ੍ਰਭੂ ਪ੍ਰਾਪਤ ਹੋ ਜਾਂਦਾ, ਹਿਰਦੇ ਘਰ ਵਿੱਚ ਵਾਸਾ ਹੋ ਜਾਂਦਾ ਹੈ। ਸਦਾ ਹਾਜ਼ਰ ਹਜ਼ੂਰ ਰਹਿੰਦਾ ਹੈ, ਜਾਰਾ ਜ਼ਹੂਰ ਹੈ ਤੇ ਸਦਾ ਆਨੰਦ ਹੈ। ਫਿਰ ਮਨ ਹਰੀ ਦੇ ਨਾਲ ਹੀ ਰਹਿੰਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਸ਼ੰਤ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਪ੍ਰਭੂ ਜੋ ਮਨ ਨੂੰ ਮੋਹਣ ਵਾਲਾ ਹੈ, ਦੋ ਰੂਪਾਂ ਦੇ ਵਿੱਚ ਮਾਲਕ ਹੁੰਦਾ ਹੈ, ਸਰਗੁਣ ਵੀ ਤੇ ਨਿਰਗੁਣ ਵੀ। ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਹੈ, ਉਹਨਾਂ ਦੇ ਮਨ ਵਿੱਚ ਫਿਰ ਬੈਠ ਕੇ ਸਾਨੂੰ ਗਿਆਨ ਦਿੰਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਨਿਰਗੁਣ ਆਪ ਸਰਗੁਣ ਪਿਓਹੀ, ਕਲਾਤਾਰ ਜਿਨ ਸਗਲੀ ਮੋਹੀ। ਜਿਨ੍ਹਾਂ ਨੂੰ ਕਿਰਪਾ ਕਰਦਾ ਹੈ, ਆਪਣਾ ਮਨ ਨੂੰ ਆਪਣੇ ਵਿੱਚ ਮੋਹ ਲੈਂਦਾ ਹੈ, ਕਲਾ ਦੁਆਰਾ, ਗੁਰੂ ਦੇ ਗਿਆਨ ਦੁਆਰਾ। ਤੇ ਫਿਰ ਉਹ ਮਨ ਨੂੰ ਮੋਹਣ ਵਾਲਾ ਉਸ ਪ੍ਰਭੂ ਨੂੰ ਮਿਲਣ ਤੋਂ ਬਾਅਦ ਫਿਰ ਉਸ ਦੀ ਉਸਤਤ ਕੀਤੀ ਜਾਂਦੀ, ਉਸ ਦੇ ਗੁਣ ਗਾਏ ਜਾਂਦੇ ਨੇ। ਤੇ ਇੱਥੇ ਉਸ ਪ੍ਰਭੂ ਦੀ ਉਸਤਤ ਹੈ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਮਨ ਨੂੰ ਮੋਹਣ ਵਾਲੇ ਪ੍ਰਭੂ, ਤੇਰੇ ਮੰਦਰ ਉੱਚੇ ਨੇ, ਤੇਰੇ ਮਹਿਲ ਅਪਾਰ ਨੇ, ਜਿਸ ਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ। ਮੋਹਨ ਤੇਰੇ ਸੋਹਣ ਦੁਆਰ, ਜੀਓ ਸੰਤ ਧਰਮਸ਼ਾਲਾ।
तेरे द्वार ते कौन सौंदे ने? उस प्रभु दे द्वार ते, क्योंकि उसके घर का कोई एक द्वार नहीं है। उत्थे फिर संत बैठे उस प्रभु की सिफत सलाह करते ने। उस दर ते बैठ के उत्थे जिथे फिर धर्मशाला बन जाती है, जिथे बैठ के आपां जिवें हुण घर घर च बैठे उस प्रभु के दर ते बैठ के उसकी सिफत सलाह करते हाँ, तो फिर साडी धर्मशाला है। जिवें कहा सी गुरु भाई गुरदास जी ने, घर घर अंदर धर्मशाल होवे कीर्तन सदा विसोआ। भी ऐसा समा घर घर दे विच फिर धर्मशाल, घर घर दे विच कीर्तन। किहड़ा कीर्तन? उस प्रभु नूं ध्यान दा, जो कलयुग दे विच प्रधान है। जिथे गुरमुख सानू ज्ञान देंदा है ते असीं ध्यान लाउणा हुंदा है। कलयुग में कीर्तन प्रधाना, गुरमुख जपीए लाए ध्याना। गुरमुख सानू दसदे ने कि इदां इत्थे इत्थे ध्यान लगाउणा है, ते आपां ध्यान लगा के ये कीर्तन है। कलयुग दे विच घर घर दे विच ये धर्मशाल बन जाती है। धर्मशाल अपार दयार, ठाकुर सदा कीर्तन गावे। ते उसकी धर्मशाल भी अपार है। उस दयालु प्रभु की, वो दयालु ठाकुर है, सदा ही वो कीर्तन करता है। अपने जनों द्वारा अपनी कथा, अपना कीर्तन आप करता है, ते आप ही बैठ के सुनता भी है। एक ऐसी अवस्था जो बन जाती है कि दूजा नज़र नहीं आता, इको हो जाता है सारा ही। फिर जाके कथा करने वाला भी आप हो जाता है, सुनने वाला भी आप होंदा है। एक दे विच भी आप है, सारियां विच भी आप वसदा है। जिसनों आपां सुखनी साहिब च पढ़ते हाँ, जी जंत के ठाकुरा आपे वर्तनहार, नानक एको पसरिया दूजा कह दिष्टार। श्लोक दे विच ये श्लोक है अष्टपदी दा। ते अष्टपदी दे विच आपां पढ़दे हाँ, आप कथे आप सुनने हार, आप एक आप विस्तार, जत पावित शिष्ट उपाय अपने पाने ले समाए। इदां आप प्रभु आप कथा करदा भी है, सुनदा है। एक च भी आप, सारियां च भी आप है। जह साध संत एकत्र होवे, तहां तुझे ध्यावे। जिथे फिर साधु संत एकत्र होंदे ने, फिर उस प्रभु नूं ध्याउंदे ने, जो कि ध्यान दे विच है। साधु जन दसदे ने किवें ध्याउणा है उस प्रभु नूं, क्योंकि मालक ध्यान दे विच है। उसदे जन सानू ज्ञान देंदे ने कि प्रभु नूं ध्याउणा किवें है। कर दया मया दयाल स्वामी, हो दीन किरपारा। हे प्रभु दया कर, मया कर साडे ते। हे दयालु स्वामी, अपने इन्हां बच्चों ते जो दीन ने उन्हां ते आप किरपार करता है, क्योंकि दयालु है। जदों खुश होंदा है फिर आप कृपा करता है। बिनमंत नानक दर्श प्यासे, मिल दर्शन सुख सारा। तो सतगुरु समझाउंदे ने भी जिन्हां नूं दर्शनां दी प्यास है उस प्रभु दे, वो फिर उस प्रभु दे दर्शन करते ने, सुख प्राप्त करते ने दर्शनां दे विच, क्योंकि दर्शन ही कीते जा सकते ने। दर्शनां दी प्यास होवे, क्योंकि संसार है दर्शनां दी प्यास नहीं है, सिर्फ कथन सुनने तक सीमित है। इस करके उन्होंने सुख नहीं प्राप्त होंदा, क्योंकि सुख है दर्शनां दे विच। जिन्हां नूं दर्शनां दी प्यास लगती है वो फिर उस प्रभु दे दर्शन करके सुख प्राप्त करते हैं। इत्थे भी जिन्हें जानिया है, जिसनूं उस मन नूं मोहण वाले प्रभु दे दर्शन हो गए, किवें होए कि उन्हां दे अंदर प्यास सी दर्शनां दी। फिर दर्शन करके सुख प्राप्त होंदा है। फिर ही उसकी उस्तत की जाती है, उस प्रभु की जिसका कोई अंत नहीं है, पारावार नहीं है, जो साडे घर दे विच सब तो उच्चे थां ते वसदा है।
ਤੇ ਅਸੀਂ ਵੀ ਉਸ ਦਾ ਸੰਗ ਕਰਕੇ ਉੱਥੇ ਵਸ ਸਕਦੇ ਹਾਂ, ਉੱਚੇ ਥਾਂ ਤੇ ਸਾਧੂ ਜਨਾਂ ਦਾ ਸੰਗ ਕਰਕੇ। ਕਿਉਂਕਿ ਪ੍ਰਭੂ ਦੇ ਸੇਵਕ ਵੀ ਉੱਚੇ ਨੇ। ਪ੍ਰਭ ਕੇ ਸੇਵਕ ਕੋ ਨਾ ਪੂਛੈ, ਪ੍ਰਭ ਕੇ ਸੇਵਕ ਊਚ ਤੇ ਊਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਫਿਰ ਜਿਹਨੂੰ ਆਪਣੀ ਸੇਵਾ ਚ ਲਾਉਂਦਾ ਹੈ, ਦੈ ਦਿਸ ਦੇ ਵਿੱਚ ਪ੍ਰਗਟ ਕਰ ਦਿੰਦਾ, ਦਸਾਂ ਦਿਸ਼ਾਵਾਂ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ। ਮੋਹਨ ਤੇਰੇ ਬਚਨ ਅਨੂਪ, ਚਾਲ ਨਿਰਾਲੀ। ਉਹ ਮੋਹਨ ਦੇ ਪ੍ਰਭੂ ਦੇ ਬਚਨ ਅਨੂਪ ਨੇ, ਕਿਉਂਕਿ ਧਿਆਨ ਮਾਰਗ ਹੈ, ਸੁੰਦਰ ਨੇ। ਜਦੋਂ ਗਿਆਨ ਦਾ ਸੁਰਮਾ ਨੇਤਰਾਂ 'ਚ ਪਾ ਲੈਂਦੇ ਹਨ, ਤੇ ਜਿਹੜੀ ਸਾਨੂੰ ਉਹ ਚਾਲ ਦੱਸਦਾ ਹੈ ਚੱਲਣ ਦੀ, ਉਹ ਨਿਰਾਲੀ ਚਾਲ ਹੈ। ਉਹ ਬਚਨ ਦੱਸਦਾ ਹੈ ਤੇ ਕਿਆ ਗਿਆਨ ਦਿੰਦਾ ਹੈ ਕਿ ਮਨ ਨੇ ਕਿਹੜੀ ਚਾਲ ਚੱਲਣਾ ਹੈ। ਨਿਰਾਲੀ ਚਾਲ ਹੈ। ਮੋਹਨ ਤੂੰ ਮਾਨੈ ਏਕ, ਜੀ ਅਵਰ ਸਭ ਅਰਾਲੀ। ਵੀ ਤੈਨੂੰ ਇੱਕ ਨੂੰ ਹੀ ਮੰਨੀਏ, ਹੋਰ ਸਾਰਾ ਕੁਛ ਹੀ ਛੱਡ ਦਈਏ, ਤਿਆਗ ਦਈਏ, ਕਿਉਂਕਿ ਤੇਰੇ ਬਚਨ ਅਨੂਪ ਨੇ। ਤੇਰੀ ਤੂੰ ਚਾਲ ਦੱਸਦਾ ਹੈ, ਤੇਰੀ ਚਲਾਉਣ ਦੀ ਚਾਲ ਵੀ ਨਿਰਾਲੀ ਹੈ। ਇਸ ਕਰਕੇ ਅਸੀਂ ਤੇਰੇ ਇੱਕ ਗਿਆਨ ਨੂੰ, ਤੈਨੂੰ ਹੀ ਮੰਨਦੇ ਹਾਂ, ਹੋਰ ਸਾਰਾ ਕੁਛ ਅਸੀਂ ਤਿਆਗ ਦਿੱਤਾ ਹੈ। ਮਾਨੈ ਤਾਂ ਏਕ ਅਲੇਖ ਠਾਕੁਰ। ਕਿਸ ਨੂੰ ਮੰਨਣਾ ਹੈ? ਇੱਕ ਨੂੰ, ਜਿਹੜਾ ਲੇਖੇ ਤੋਂ ਬਾਹਰ ਹੈ, ਅਲੇਖ ਹੈ। ਕਿਉਂਕਿ ਅੱਖਰਾਂ ਦੇ ਵਿੱਚ ਨਹੀਂ ਹੈ, ਲੇਖਾ ਪੜ੍ਹੀ ਦੇ ਵਿੱਚ ਨਹੀਂ ਹੈ। ਜਿਹਨੇ ਸਭ ਕਲ ਧਾਰੀਆ, ਜਿਹਨੇ ਇਹ ਸਭ ਕੁਛ ਪੈਦਾ ਕੀਤਾ ਹੈ, ਆਪਣੀ ਕਲਾ ਵਰਤਾਈ ਹੈ, ਸ੍ਰਿਸ਼ਟੀ ਸਾਜੀ ਹੈ, ਸਭ ਕੁਛ ਕਰਨ ਵਾਲਾ ਉਹੀ ਹੈ। ਤੇ ਫਿਰ ਜਿਹਨੂੰ ਗਿਆਨ ਦਿੰਦਾ ਹੈ, ਆਪ ਫਿਰ ਹਿਰਦੇ ਦੇ ਵਿੱਚ ਵਸ ਵੀ ਜਾਂਦਾ ਹੈ। ਆਪਣੀ ਕਲਾ ਦੁਆਰਾ ਹੀ ਸਾਡੇ ਹਿਰਦੇ 'ਚ ਵਸ ਵੀ ਜਾਂਦਾ ਹੈ। ਜਿਹੜੇ ਉਸ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਅੰਦਰੋਂ ਪੰਜਾਂ ਨੂੰ ਮਾਰ ਦਿੰਦਾ ਹੈ ਤੇ ਆਪ ਆ ਕੇ ਵਸ ਜਾਂਦਾ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ, ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਘਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਜਿਨ੍ਹਾਂ ਨੂੰ ਆਪ ਤੁਰੋਂ ਕਰਮ ਪਾਉਂਦਾ ਹੈ, ਆਪ ਆ ਕੇ ਕਿਰਪਾ ਕਰਦਾ ਹੈ, ਕਲਾ ਧਾਰਦਾ ਹੈ, ਮਨ ਵਿੱਚ ਪ੍ਰਗਟ ਹੁੰਦਾ ਹੈ, ਪੰਜਾਂ ਦੂਤਾਂ ਦਾ ਮਾਰਦਾ ਹੈ, ਪੰਜਾਂ ਦੂਤਾਂ ਨੂੰ ਮਾਰਦਾ ਹੈ। ਫਿਰ ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਉਹ ਫਿਰ ਇਸ ਕਰਮ ਦੇ ਵਿੱਚ ਉਹਨਾਂ ਨੂੰ ਲਾਉਂਦਾ ਹੈ ਵੀ ਹੁਣ ਤੁਸੀਂ ਆਪ ਵੀ ਨਾਮ ਨੂੰ ਧਿਆਉਣਾ ਹੈ, ਦੂਜਿਆਂ ਨੂੰ ਵੀ ਗਿਆਨ ਦੇਣਾ ਹੈ। ਫਿਰ ਉਹ ਸਾਨੂੰ ਅਨਹਦ ਸ਼ਬਦ ਦਾ ਗਿਆਨ ਦਿੰਦੇ ਨੇ। ਕਹਿ ਨਾਨਕ ਤਹਿ ਕਰ ਤਹਿ ਸੁਖ ਹੋਆ, ਤਿਤ ਕਰ ਅਨਹਦ ਬਾਜੇ। ਤੁਧ ਬਚਨ ਗੁਰ ਕੈ ਵਸ ਕੀਆ, ਆਦ ਪੁਰਖ ਬਨਵਾਰੀਆ। ਆਪ ਪ੍ਰਭੂ ਗੁਰ ਦਾ ਬਚਨ ਦਿੰਦਾ ਹੈ, ਕਿਉਂਕਿ ਗੁਰ ਦੇ ਬਸ ਸਾਨੂੰ ਕਰ ਦਿੰਦਾ ਹੈ। ਉਹ ਬਚਨ ਉਸ ਪ੍ਰਭੂ ਦਾ ਹੈ, ਜਿਹੜਾ ਗੁਰ ਦਾ ਗਿਆਨ ਹੈ, ਉਹੀ ਆਦ ਤੋਂ ਹੈ। ਉਹ ਬਚਨ ਜਿਹੜਾ ਗੁਰ ਹੈ, ਆਦ ਤੋਂ ਇੱਕੋ ਹੀ ਹੈ, ਪਰ ਦਿੰਦਾ ਆਪ ਹੈ। ਉਸ ਪ੍ਰਭੂ ਦਾ ਦਿੱਤਾ ਇਹ ਬਚਨ, ਇਹ ਗੁਰ ਜਿਹੜਾ ਹੈ, ਉਸ ਮਾਲਕ ਦਾ, ਉਹਦੇ ਦੁਆਰਾ ਹੀ ਆਪਾਂ ਉਸ ਨੂੰ ਜਾਣ ਸਕਦੇ ਹਾਂ। ਆਪ ਕਲਾ ਧਾਰਦਾ ਹੈ, ਕਿਸੇ ਜੀਵ ਦੇ ਪ੍ਰਗਟ ਹੁੰਦਾ ਹੈ, ਹਿਰਦੇ ਵਿੱਚ ਵਸਦਾ ਹੈ, ਫਿਰ ਆਪਣਾ ਬਚਨ ਆਪ ਦਿੰਦਾ ਹੈ। ਉਹ ਬਨਵਾਰੀਆ ਹੈ। ਤੂੰ ਆਪ ਚੱਲਿਆ, ਆਪ ਰਹਿਆ, ਆਪ ਸਭ ਕਲ ਧਾਰੀਆ। ਆਪ ਸਾਨੂੰ ਇਹ ਗਿਆਨ ਦਿਵਾਉਂਦਾ ਹੈ, ਆਪ ਸੁਰਤੀ ਦੁਆਰਾ ਚੱਲਦਾ ਹੈ, ਸਾਨੂੰ ਚਲਾਉਂਦਾ ਹੈ। ਅੱਗੇ ਆਪ ਚੱਲਦਾ ਹੈ, ਪਿੱਛੇ ਸਾਡੀ ਸੁਰਤੀ ਚੱਲਦੀ ਹੈ, ਤੇ ਆਪ ਸਮਾਇਆ ਵੀ ਹੈ ਹਰ ਥਾਂ, ਤੇ ਆਪ ਆਪਣੀ ਕਲਾ ਧਾਰਦਾ ਹੈ। ਬਿਨਵੰਤ ਨਾਨਕ ਪੈਜ ਰੱਖੋ, ਸਭ ਸੇਵਕ ਸਰਨ ਤੁਮਾਰੀਆਂ।
ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਾਂ। ਜਿਹੜੇ ਉਸ ਪ੍ਰਭੂ ਦੀ ਸ਼ਰਨ ਵਿੱਚ ਜਾਂਦੇ ਨੇ ਉਹਨਾਂ ਦੀ ਪੈਜ ਵੀ ਫਿਰ ਆਪ ਰੱਖਦਾ ਹੈ, ਕਿਉਂਕਿ ਉਸ ਦੇ ਬਚਨ ਜਿਹੜੇ ਮੰਨ ਕੇ ਚੱਲਦੇ ਨੇ, ਉਹਦੀ ਸ਼ਰਨ ਵਿੱਚ ਜਾਂਦੇ ਨੇ, ਉਹਨਾਂ ਦੀ ਪੈਜ ਵੀ ਆਪ ਰੱਖਦਾ ਹੈ, ਜਿਹੜੇ ਇਹ ਗਿਆਨ ਲੈ ਕੇ ਚੱਲਦੇ ਨੇ, ਜਿਨ੍ਹਾਂ ਨੂੰ ਇਹ ਬਚਨ ਜਿਹੜੇ ਨੇ ਮਿੱਠੇ ਲੱਗਦੇ ਨੇ, ਪਾਉਂਦੇ ਨੇ। ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ। ਹੇ ਮਨ ਨੂੰ ਮੋਹਣ ਵਾਲੇ, ਹੇ ਪ੍ਰਭੂ, ਤੈਨੂੰ ਸੰਗਤ ਦੇ ਵਿੱਚ, ਸੱਚੀ ਸੰਗਤ ਦੇ ਵਿੱਚ ਧਿਆਇਆ ਜਾਂਦਾ ਹੈ, ਤੇਰੇ ਦਰਸ਼ਨ ਕੀਤੇ ਜਾਂਦੇ ਨੇ। ਧਿਆਨ ਕਿਹੜਾ ਧਰਿਆ ਜਾਂਦਾ ਹੈ? ਦਰਸ਼ਨਾਂ ਦਾ। ਮੋਹਨ ਜਮ ਨੇੜ ਨਾ ਆਵੈ ਤੁਧ ਜਪੈ ਨਿਦਾਨਾ। ਜਿਹੜੇ ਆਪਣੀ ਮੱਤ ਛੱਡ ਕੇ ਫਿਰ ਇਹ ਗਿਆਨ ਲੈ ਕੇ ਜਪਦੇ ਨੇ, ਉਸ ਪ੍ਰਭੂ ਨੂੰ ਜਾਣਦੇ ਨੇ, ਗਿਆਨ ਲੈ ਕੇ ਧਿਆਨ ਦੇ ਵਿੱਚ ਚੱਲਦੇ ਨੇ, ਪਰ ਆਪਣੀ ਮੱਤ ਛੱਡ ਕੇ, ਆਪਣੇ ਆਪ ਨੂੰ ਨਿਦਾਨ ਸਮਝ ਕੇ, ਉਹਨਾਂ ਦੇ ਜਮ ਨੇੜੇ ਨਹੀਂ ਆਉਂਦਾ। ਜਿਹੜੇ ਆਪਣੀ ਮੱਤ ਵਰਤਦੇ ਨੇ ਉਹ ਇਸ ਮਾਰਗ 'ਤੇ ਨਹੀਂ ਚੱਲ ਸਕਦੇ। ਜਿਹੜੇ ਨਿਦਾਨ ਨੇ, ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਵੀ ਸਾਨੂੰ ਕੋਈ ਗਿਆਨ ਨਹੀਂ ਹੈ, ਅਸੀਂ ਤਾਂ ਅਗਿਆਨੀ ਹਾਂ, ਅਸੀਂ ਤਾਂ ਨਿਰਗੁਣ ਹਾਂ, ਨਿਰਗੁਣਿਆਰੇ ਹਾਂ, ਉਹ ਫਿਰ ਜਦੋਂ ਸੱਚੀ ਸੰਗਤ ਜਿੱਥੇ ਧਿਆਨ ਲਾਉਂਦੇ ਹਾਂ ਉੱਥੇ ਗਿਆਨ ਲੈ ਕੇ ਧਿਆਨ ਲਾਉਂਦੇ ਨੇ, ਫਿਰ ਉਹਨਾਂ ਦੇ ਜਮ ਨੇੜੇ ਨਹੀਂ ਆ ਸਕਦਾ। ਜਮ ਕਾਲ ਤਿਨ ਕੋ ਲੱਗੈ ਨਾਹੀ ਜੋ ਇੱਕ ਮਨ ਧਿਆਵੇ। ਉਹਨਾਂ ਦੇ ਕੋਲ ਨਹੀਂ ਫਿਰ ਜਮ ਆ ਕੇ ਲੱਗ ਸਕਦੇ। ਜਮਕਾਲ ਜਿਹੜਾ ਹੈ, ਜਿਹੜੇ ਇੱਕ ਮਨ ਹੋ ਕੇ ਧਿਆਉਂਦੇ ਨੇ, ਜਿਹੜੇ ਗੁਰ ਦੀ ਮੱਤ ਲੈ ਕੇ ਇੱਕ ਮਨ, ਇੱਕ ਚਿੱਤ, ਇੱਕ ਦ੍ਰਿਸ਼ਟ ਹੋ ਕੇ ਧਿਆਉਂਦੇ ਨੇ, ਜਮਕਾਲ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦਾ। ਮਨ ਬਚਨ ਕਰਮ ਜੇ ਤੁਧ ਅਰਾਧੇ ਸੇ ਸਭੇ ਫਲ ਪਾਵੇ। ਜਿਹੜਾ ਮਨ ਬਚਨ ਲੈ ਕੇ ਗੁਰ ਦੇ ਬਚਨ ਦੁਆਰਾ ਫਿਰ ਇਹ ਕਰਮ ਕਰਦਾ ਹੈ, ਉਸ ਨੂੰ ਧਿਆਉਂਦਾ ਹੈ, ਅਰਾਧਦਾ ਹੈ, ਸਾਰੇ ਫਲ ਉਸ ਨੂੰ ਪ੍ਰਾਪਤ ਹੁੰਦੇ ਨੇ। ਪਰ ਜਿਹੜੇ ਗੁਰ ਦਾ ਬਚਨ ਲੈ ਕੇ ਮੰਨ ਕੇ ਅਰਾਧਦੇ ਨੇ, ਧਿਆਉਂਦੇ ਨੇ। ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ਼ ਸੁਗਿਆਨਾ। ਕੋਈ ਜੀਵ ਜਿਹੜਾ ਆਪਣੇ ਆਪ ਨੂੰ ਨਿਦਾਨ ਸਮਝਦਾ ਹੈ, ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਤਾਂ ਮੈਲਾ ਹੈ, ਮੈਨੂੰ ਤਾਂ ਮੈਲ ਲੱਗੀ ਹੈ ਹਉਮੈ ਦੀ, ਮੈਂ ਤਾਂ ਇੱਕ ਮੂਰਖ ਹਾਂ, ਮੈਨੂੰ ਕੋਈ ਗਿਆਨ ਨਹੀਂ ਹੈ, ਉਹ ਜੀਵ ਫਿਰ ਜਿਹੜੇ ਇੱਦਾਂ ਚੱਲਦੇ ਨੇ ਆਪਣੇ ਆਪ ਨੂੰ ਸਮਝ ਕੇ, ਉਹਨਾਂ ਨੂੰ ਫਿਰ ਦਰਸ਼ਨ ਕਰਕੇ ਉਹ ਗਿਆਨ ਪ੍ਰਾਪਤ ਹੁੰਦਾ ਹੈ, ਜਿਹੜਾ ਗਿਆਨ ਸੰਸਾਰ ਦੇ ਲੋਕਾਂ ਦੇ ਕੋਲ ਨਹੀਂ ਹੈ ਉਹਨਾਂ ਨੂੰ। ਪਰ ਆਪਣੇ ਆਪ ਨੂੰ ਜਿਹੜੇ ਪਹਿਲਾਂ ਮੂਰਖ ਸਮਝਦੇ ਨੇ, ਆਪਣੇ ਆਪ ਨੂੰ ਸਮਝਦੇ ਨੇ ਵੀ ਸਾਨੂੰ ਗਿਆਨ ਨਹੀਂ ਹੈ, ਆਪਣੇ ਆਪ ਨੂੰ ਮੂਰਖ ਸਮਝਦੇ ਨੇ, ਆਪਣੇ ਆਪ ਨੂੰ ਮੈਲੇ ਸਮਝਦੇ ਨੇ, ਅਗਿਆਨੀ ਸਮਝਦੇ ਨੇ। ਜਿਵੇਂ ਸਾਨੂੰ ਸਮਝਾਉਂਦੇ ਨੇ ਗੌੜੀ ਬਾਬਨੇ ਅੱਖਰੀ ਜਿਹੜੀ ਹੈ, ਉਸ ਵਿੱਚ ਕਿ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਫ ਮਤ ਜੀਓ ਪਿੰਡ ਜਨ ਸੁਖ ਦੀਏ ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੈ ਦਹਿ ਸਟੂਡਨ ਜਾਏ ਦੇਵਨ ਹਰ ਦਤਾਰ ਪ੍ਰਭ ਨਿਮਖ ਨ ਮਨੈ ਬਸਾਏ ਲਾਲਚ ਝੂਠ ਬੇਕਾਰ ਮੋਹ ਇਹ ਸੰਪੇ ਮਨ ਮਾਹੇ ਲੰਪਟ ਚੋਰ ਨਿੰਦਕ ਮਹਾ ਤਿਨ ਹੂੰ ਸੰਗ ਬਿਹਾਏ। ਵੀ ਸਾਡੀ ਤਾਂ ਅਵਸਥਾ ਹੈ, ਤੁਧ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਖਰੇ। ਜੇ ਉਸ ਪ੍ਰਭੂ ਨੂੰ ਪਾ ਜਾਵੇ ਬਖਸ਼ ਲੈਂਦਾ ਹੈ, ਖੋਟਿਆਂ ਨੂੰ ਖਰਿਆਂ ਦਾ ਸੰਗ ਕਰਵਾ ਦਿੰਦਾ ਹੈ। ਨਾਨਕ ਪਾਵੇ ਪਾਰਮ ਪਾਹਾਂ ਨੀਰ ਤਰੇ। ਇੱਦਾਂ ਜਿਹੜੇ ਜੀਵ ਆਪਣੇ ਆਪ ਨੂੰ ਸਮਝਦੇ ਨੇ ਵੀ ਅਸੀਂ ਇਸ ਦੇ ਲਾਇਕ ਤਾਂ ਨਹੀਂ, ਅਸੀਂ ਤਾਂ ਖੋਟੇ ਹਾਂ, ਅਸੀਂ ਤਾਂ ਲੂਣ ਹਰਾਮੀ ਹਾਂ, ਅਸੀਂ ਤਾਂ ਗੁਨਾਹਗਾਰ ਹਾਂ, ਅਸੀਂ ਤਾਂ ਨਿੰਦਾ ਚੁਗਲੀ ਹੀ ਸੁਣਦੇ ਹਾਂ, ਅਸੀਂ ਤਾਂ ਲੋਭ ਦੇ ਵਿੱਚ ਮੋਹ ਦੇ ਵਿੱਚ ਫਸੇ ਹਾਂ, ਫਿਰ ਉਹਨਾਂ ਜੀਵਾਂ ਨੂੰ, ਉਸ ਖੋਟਿਆਂ ਨੂੰ ਖਰਿਆਂ ਦਾ ਸੰਗ ਲਾ ਕੇ ਤਾਰ ਲੈਂਦਾ ਹੈ, ਬਖਸ਼ ਲੈਂਦਾ ਹੈ। ਉਹਨਾਂ ਨੂੰ ਫਿਰ ਉਹ ਗਿਆਨ ਹੁੰਦਾ ਹੈ, ਕਿਉਂਕਿ ਸੰਗਤ ਦੇ ਵਿੱਚ ਦਰਸ਼ਨਾਂ ਦਾ ਕਿਵੇਂ ਦਰਸ਼ਨ ਕਰਨੇ ਨੇ ਇਹ ਗਿਆਨ ਦਿੱਤਾ ਜਾਂਦਾ ਹੈ, ਅਭਿਆਸ ਕਰਵਾਇਆ ਜਾਂਦਾ ਹੈ। ਦਰਸ਼ਨ ਕਰਨ ਦੇ ਨਾਲ ਫਿਰ ਉਹਨਾਂ ਨੂੰ
ਉਹ ਸੱਚਾ ਗਿਆਨ ਪ੍ਰਾਪਤ ਹੁੰਦਾ ਹੈ। ਬਿਨਵੰਤ ਨਾਨਕ ਰਾਜ ਨਿਸ਼ਚਲ ਪੂਰਨ ਪੁਰਖ ਭਗਵਾਨਾ। ਜਿਹੜੇ ਫਿਰ ਦਰਸ਼ਨ ਕਰ ਲੈਂਦੇ ਨੇ ਉਹਨਾਂ ਨੂੰ ਫਿਰ ਉਹ ਰਾਜ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਪ੍ਰਭੂ ਦਾ ਨਿਸ਼ਚਲ ਰਾਜ ਹੈ। ਉਸ ਪੂਰੇ ਪਰਮੇਸ਼ਰ ਦਾ, ਭਗਵਾਨ ਦਾ ਜਿਹੜਾ ਪੂਰਨ ਰਾਜ ਹੈ। ਕਿਉਂਕਿ ਰਾਜੇ ਤਾਂ ਸੰਸਾਰ ਵਿੱਚ ਵੀ ਬੜੇ ਨੇ, ਪਰ ਹਰ ਸਮੇਂ ਜਿਨ੍ਹਾਂ ਨੂੰ ਮਿਲ ਵੀ ਜਾਂਦਾ ਹੈ ਉਹਨਾਂ ਨੂੰ ਉਦੋਂ ਹੀ ਡਰ ਪੈਦਾ ਹੋ ਜਾਂਦਾ ਕਿਤੇ ਸਾਡਾ ਰਾਜ ਖੁੱਸ ਨਾ ਜਾਵੇ। ਪਰ ਇਹ ਜਿਹੜਾ ਰਾਜ ਹੈ ਪ੍ਰਭੂ ਦਾ, ਇਹ ਨਿਸ਼ਚਲ ਰਾਜ ਹੈ। ਤੇ ਜਿਹੜੇ ਜੀਵ ਇੱਥੇ ਵਾਸਾ ਕਰ ਲੈਂਦੇ ਨੇ ਉਸ ਦੇ ਬੱਚੇ ਬਣ ਜਾਂਦੇ ਨੇ, ਉਹਨਾਂ ਦਾ ਰਾਜ ਵੀ ਨਿਸ਼ਚਲ ਹੋ ਜਾਂਦਾ ਹੈ। ਮੋਹਨ ਤੂੰ ਸੁਫਲ ਫਲਿਆ ਸਨ ਪਰਵਾਰੇ। ਉਹ ਪ੍ਰਭੂ ਜਿਹਦਾ ਰਾਜ ਨਿਸ਼ਚਲ ਹੈ, ਜਿਹੜੇ ਉਸ ਦੇ ਦਰਸ਼ਨ ਕਰਦੇ ਨੇ ਉਹਨਾਂ ਨੂੰ ਵੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤੇ ਉਸ ਪ੍ਰਭੂ ਦਾ ਫਿਰ ਪਰਿਵਾਰ, ਇੱਕ ਸੰਸਾਰਿਕ ਪਰਿਵਾਰ ਨੇ, ਇੱਕ ਉਸ ਪ੍ਰਭੂ ਦਾ ਪਰਿਵਾਰ ਹੈ। ਜਿਹੜੇ ਫਿਰ ਉਸ ਦੇ ਦਰਸ਼ਨ ਕਰਦੇ ਨੇ, ਉਸ ਘਰ ਦੇ ਵਿੱਚ ਵਾਸਾ ਹੋ ਜਾਂਦਾ, ਪ੍ਰਭੂ ਦੇ ਹੁਕਮ ਨੂੰ ਮੰਨਦੇ ਨੇ। ਉਸ ਮਨ ਨੂੰ ਮੋਹਣ ਵਾਲੇ ਪ੍ਰਭੂ ਦਾ ਇੱਕ ਪਰਿਵਾਰ ਹੈ ਜਿਹੜਾ ਫਿਰ ਫਲਦਾ ਹੈ। ਹਰ ਰੋਜ਼ ਵਾਧਾ ਹੁੰਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਫਸਲਾਂ ਨੇ 1 ਤੋਂ 2, 2 ਤੋਂ 4 ਵੱਧਦੇ ਨੇ, ਫੁੱਟਦੇ ਨੇ। ਇੱਦਾਂ ਹੀ ਇਹ ਪਰਿਵਾਰ ਜਿਹੜਾ ਪ੍ਰਭੂ ਦਾ ਹੈ ਇਹ ਵੀ ਵੱਧਦਾ ਹੈ, ਜਿਨ੍ਹਾਂ ਦੇ ਮਨ ਨੂੰ ਮੋਹ ਲੈਂਦਾ ਹੈ ਪ੍ਰਭੂ। ਜਿਹੜੇ ਦਰਸ਼ਨ ਕਰਦੇ ਨੇ ਤੇ ਉਹਨਾਂ ਦਾ ਉਹ ਫਿਰ ਉਸ ਪ੍ਰਭੂ ਦੇ ਪਰਿਵਾਰ ਦੇ ਮੈਂਬਰ ਹੋ ਜਾਂਦੇ ਨੇ। ਇੱਦਾਂ ਪ੍ਰਭੂ ਦਾ ਪਰਿਵਾਰ ਵੀ ਵੱਧਦਾ ਹੈ ਫਿਰ ਜਦੋਂ ਖੁਸ਼ ਹੁੰਦਾ ਹੈ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਉਹ ਪ੍ਰਭੂ ਜਿਨ੍ਹਾਂ ਨੂੰ ਮੋਹ ਲੈਂਦਾ ਹੈ ਫਿਰ ਉਹਨਾਂ ਨੂੰ ਤਾਰ ਹੀ ਲੈਂਦਾ ਹੈ। ਉਹਨਾਂ ਦੇ ਮਿੱਤਰਾਂ ਨੂੰ, ਪੁੱਤਰਾਂ ਨੂੰ, ਸੰਗਤ ਨੂੰ ਵੀ ਤਾਰ ਲੈਂਦਾ, ਪਰਿਵਾਰ ਨੂੰ ਵੀ ਤਾਰ ਲੈਂਦਾ ਹੈ। ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ। ਜਿਨ੍ਹਾਂ ਨੇ ਉਸ ਪ੍ਰਭੂ ਦੇ ਦਰਸ਼ਨ ਪਾ ਲਏ ਆਪ ਤਰ ਜਾਂਦੇ ਨੇ, ਫਿਰ ਜਹਾਨ ਨੂੰ ਵੀ ਗਿਆਨ ਦੇ ਕੇ ਤਾਰ ਲੈਂਦੇ ਨੇ। ਅਭਿਮਾਨ ਜਿਹੜਾ ਹੈ ਲੋਕਾਂ ਦੇ ਮਨਾਂ ਦੇ ਵਿੱਚ, ਉਹ ਗਿਆਨ ਦੇ ਕੇ ਹੰਕਾਰ ਨੂੰ ਖਤਮ ਕਰ ਦਿੰਦੇ ਨੇ। ਕਿਉਂਕਿ ਜਦੋਂ ਆਪ ਤਰ ਜਾਂਦਾ ਹੈ ਜੀਵ, ਆਪ ਕਿਵੇਂ ਤਰਦਾ ਹੈ? ਆਪਣਾ ਅਭਿਮਾਨ ਤਿਆਗ ਕੇ। ਇੱਕ ਛਿਨ ਦਾ ਖੇਡ ਹੈ, ਪਰ ਅਭਿਮਾਨ ਪ੍ਰਭੂ ਨੂੰ ਨਹੀਂ ਪਾਉਂਦਾ। ਤਾਂ ਅਭਿਮਾਨ ਸ਼ਰਨ ਸੰਤਨ ਗੋ ਮੁਕਤ ਹੋਏ ਛਿਨ ਮਾਹੀ। ਜਦੋਂ ਗੁਰ ਦਾ ਗਿਆਨ ਲੈਂਦਾ ਹੈ ਜੀਵ, ਅਭਿਮਾਨ ਖਤਮ ਹੁੰਦਾ ਹੈ। ਇੱਦਾਂ ਇੱਕ ਕੀ ਸਾਰਾ ਜਹਾਨ ਵੀ ਤਰ ਸਕਦਾ ਹੈ। ਤਾਰਨ ਵਾਲਾ ਕੌਣ ਹੈ? ਆਪ ਪ੍ਰਭੂ, ਜਿਨ੍ਹਾਂ ਨੂੰ ਆਪਣਾ ਪਿਆਰ ਲਾਉਂਦਾ ਹੈ, ਜਿਨ੍ਹਾਂ ਨੂੰ ਦਰਸ਼ਨ ਦੇ ਕੇ ਆਪਣੇ ਬਣਾ ਲੈਂਦਾ ਹੈ। ਤਾਰਿਆ ਜਹਾਨ ਲਹਿਆ ਅਭਿਮਾਨ। ਇੱਦਾਂ ਅਭਿਮਾਨ ਖਤਮ ਹੋ ਗਿਆ। ਜਿਨੀ ਦਰਸ਼ਨ ਪਾਇਆ, ਜਿਨ੍ਹਾਂ ਨੇ ਦਰਸ਼ਨ ਪਾ ਲਏ, ਉਹ ਫਿਰ ਸਾਨੂੰ ਦੱਸਦੇ ਨੇ ਕਿਵੇਂ ਆਪਾਂ ਪ੍ਰਭੂ ਦੇ ਦਰਸ਼ਨ ਕਰਨੇ ਨੇ, ਕਿਵੇਂ ਇੱਕ ਜੋਤ ਹੋਣਾ ਹੈ, ਕਿਵੇਂ ਮਨ ਨੂੰ ਹਉਮੈ ਤੋਂ ਰਹਿਤ ਕਰਨਾ ਹੈ। ਜਿਨੀ ਤੁਧਨੋ ਧਨ ਕਹਿਆ ਤਿਨ ਜਮ ਨੇੜ ਨਾ ਆਇਆ। ਜਿਨ੍ਹਾਂ ਪ੍ਰਭੂ ਨੂੰ ਧਨ ਕਿਹਾ ਹੈ, ਕਿ ਪ੍ਰਭੂ ਨੂੰ ਧਨ ਕੌਣ ਕਹਿੰਦਾ ਹੈ? ਜਿਹੜੇ ਦਰਸ਼ਨ ਕਰ ਲਏ ਜਿਨ੍ਹਾਂ ਨੇ, ਉਹ ਪਰਮੇਸ਼ਰ ਨੂੰ ਧਨ ਕਹਿੰਦੇ ਨੇ। ਬਾਕੀ ਹੋਰ ਜੀਵਾਂ ਨੂੰ ਧਨ ਕਹਿੰਦੇ ਨੇ। ਪਰ ਜਿਨ੍ਹਾਂ ਉਸ ਪ੍ਰਭੂ ਦੇ ਦਰਸ਼ਨ ਕਰ ਲਏ, ਉਹ ਹੋਰ ਦੀ ਵਡਿਆਈ ਨਹੀਂ ਕਰਦੇ, ਉਹ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਨ ਨਿਰੰਕਾਰ, ਧਨ ਨਿਰੰਕਾਰ, ਇੱਕ ਨਿਰੰਕਾਰ ਨੂੰ ਹੀ ਧਨ ਕਹਿੰਦੇ ਨੇ, ਨਾ ਕਿ ਕਿਸੇ ਆਕਾਰਾਂ ਨੂੰ ਧਨ ਕਹਿੰਦੇ ਨੇ। ਜਿਹੜੇ ਉਸ ਨੂੰ ਧਨ ਕਹਿੰਦੇ ਨੇ ਉਹਨਾਂ ਦਾ ਫਿਰ ਜਮ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦਾ। ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ। हे सतगुर पुरख, हे सच्चे पुरख, हे सच्चे गुर, तेरे गुण कथे नहीं जा सकते क्योंकि तू कथनी तो रहत है। तेरे गुण बेअंत ने, तेरे गुणों का कोई अंत नहीं है। कथे नहीं जा सकते
ਪਰ ਜਿਨ੍ਹਾਂ ਤੇ ਤੂੰ ਖੁਸ਼ ਹੁੰਦਾ ਹੈ ਉਹਨਾਂ ਨੂੰ ਦਰਸ਼ਨ ਦਿੰਦਾ ਹੈ ਤੇ ਉਹਨਾਂ ਦੁਆਰਾ ਹੀ ਦੂਜੇ ਜੀਵਾਂ ਨੂੰ ਦਰਸ਼ਨ ਦੇ ਕੇ ਗੁਰ ਦੇ ਗਿਆਨ ਦੁਆਰਾ ਤਾਰ ਲੈਂਦਾ ਹੈ। ਪਰ ਤੇਰੇ ਗੁਣ ਜੇ ਕੋਈ ਜੀਵ ਕਹੇ ਮੈਂ ਤੇਰੇ ਗੁਣਾਂ ਦਾ ਵਰਣਨ ਕਰਾਂਗਾ, ਕੋਈ ਨਹੀਂ ਕਰ ਸਕਦਾ। ਕੌਣ ਕਰ ਸਕਦਾ ਹੈ? ਜਿਨ੍ਹਾਂ ਦੇ ਹਿਰਦੇ 'ਚ ਆ ਵਸ ਕੇ ਤੇ ਆਪ ਆਪਣੇ ਗੁਣ ਗਵਾਉਂਦਾ ਹੈ, ਆਪ ਆਪਣਾ ਨਾਮ ਜਪਾਉਂਦਾ ਹੈ, ਉਹੀ ਫਿਰ ਤੇਰੇ ਗੁਣਾਂ ਦਾ ਵਰਣਨ ਕਰ ਸਕਦਾ ਹੈ। ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਤੇ ਸਤਿਗੁਰੂ ਸਮਝਾਉਂਦੇ ਨੇ, ਬੇਨਤੀ ਕਰਦੇ ਨੇ ਕਿ ਜਿਹੜੇ ਉਸ ਪ੍ਰਭੂ ਦੀ ਟੇਕ ਰੱਖਦੇ ਨੇ, ਇੱਕ ਗੁਰ ਦੀ ਟੇਕ ਰੱਖਦੇ ਨੇ, ਪਰਮੇਸ਼ਰ ਦੀ ਨਿਰੰਕਾਰ ਦੀ ਟੇਕ ਰੱਖਦੇ ਨੇ, ਤੇ ਉਹ ਆਪ ਵੀ ਤਰ ਜਾਂਦੇ, ਫਿਰ ਉਹਨਾਂ ਦਾ ਸੰਗ ਕਰਕੇ ਦੂਜੇ ਜੀਵ ਵੀ ਤਰ ਜਾਂਦੇ, ਕਿਉਂਕਿ ਉਹ ਵੀ ਟੇਕ ਉਸ ਪ੍ਰਭੂ ਦੀ ਦੱਸਦੇ, ਗੁਰ ਦੀ ਦੱਸਦੇ ਕਿ ਟੇਕ ਰੱਖਣੀ ਕਿਹਦੀ ਹੈ, ਕਿਵੇਂ ਰੱਖਣੀ ਹੈ। ਕਿਉਂਕਿ ਨਹੀਂ ਤਾਂ ਸੰਸਾਰ ਦੇ ਵਿੱਚ ਜੀਵ ਆਪਣੀ ਟੇਕ ਲਾ ਲੈਂਦੇ ਨੇ ਕਿ ਤੁਸੀਂ ਮੇਰੀ ਟੇਕ ਰੱਖੋ, ਮੈਂ ਤੁਹਾਨੂੰ ਤਾਰ ਲਵਾਂਗਾ। ਪਰ ਜਿਹੜੇ ਪ੍ਰਭੂ ਨੂੰ ਮਿਲ ਲੈਂਦੇ ਨੇ, ਦਰਸ਼ਨ ਦਿੰਦੇ ਨੇ, ਉਹ ਕਹਿੰਦੇ ਵੀ ਨਹੀਂ, ਸਿਰਫ ਟੇਕ ਪਰਮੇਸ਼ਰ ਦੀ ਰੱਖਣੀ ਹੈ, ਬੰਦੇ ਦੀ ਟੇਕ ਨਹੀਂ ਰੱਖਣੀ। ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਇੱਕ ਪਰਮੇਸ਼ਰ ਦੀ ਟੇਕ ਰੱਖਣੀ ਹੈ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਇਸ ਤਰੀਕੇ ਨਾਲ ਫਿਰ ਉਹ ਜੀਵ ਨੇ ਜਿਹੜੇ ਸਿਰਫ ਨਿਰੰਕਾਰ ਦੀ ਟੇਕ ਦੱਸਦੇ ਨੇ ਵੀ ਇੱਦਾਂ ਆਪਾਂ ਟੇਕ ਰੱਖਣੀ ਹੈ, ਇਸ ਰਸਤੇ ਤੇ ਮਾਰਗ ਤੇ ਚੱਲਣਾ ਹੈ, ਗੁਰ ਦਾ ਗਿਆਨ ਲੈ ਕੇ ਪਹਿਲਾਂ ਗੁਰ ਦੇ ਗ੍ਰਹਿ ਰਹਿਣਾ ਹੈ, ਗੁਰ ਦੀ ਆਗਿਆ ਨੂੰ ਮਨ ਵਿੱਚ ਵਸਾਉਣਾ ਹੈ, ਮੰਨਣਾ ਹੈ। ਤੇ ਇੱਦਾਂ ਫਿਰ ਜਦੋਂ ਚੱਲਦੇ ਹਾਂ, ਆਪਣੇ ਆਪ ਨੂੰ ਕੁਝ ਜਣਾਉਣਾ ਨਹੀਂ ਹੈ, ਫਿਰ ਅਸੀਂ ਉਸ ਪ੍ਰਭੂ ਸਾਨੂੰ ਆਪਣੇ ਬਣਾਉਂਦਾ ਹੈ। ਇੱਦਾਂ ਫਿਰ ਉਹ ਮਨ ਨੂੰ ਮੋਹਣ ਵਾਲਾ ਪ੍ਰਭੂ ਹੈ, ਪ੍ਰਗਟ ਹੋ ਜਾਂਦਾ ਹੈ। ਫਿਰ ਦੇਖ ਕੇ ਉਹਦੀ ਉਸਤਤ ਹੈ। ਜਦ ਤੱਕ ਅਸੀਂ ਦੇਖੇ ਹੀ ਨਹੀਂ ਹੈ, ਉੱਦਾਂ ਹੀ ਉਸਤਤ ਕਰੀ ਜਾਵਾਂਗੇ, ਉਹ ਸਾਡੀ ਨਿਫਲ ਹੈ। ਜਦ ਤੱਕ ਅਸੀਂ ਦਰਸ਼ਨ ਨਹੀਂ ਕੀਤਾ, ਕੂੜੀ ਕੂੜੀ ਆਪਾਂ ਉਸਤਤ ਕਰਾਂਗੇ, ਕੂੜ ਬੋਲ ਕੇ ਵੇਖਾਵਾਂਗੇ, ਕਿਉਂਕਿ ਦੇਖੇ ਹੀ ਨਹੀਂ ਹੈ। ਇਸ ਕਰਕੇ ਉਹਦੀ ਉਸਤਤ ਵੀ ਨਹੀਂ ਹੋ ਸਕਦੀ। ਆਓ ਅਗਲਾ ਸ਼ਬਦ ਹੈ ਗੌੜੀ ਮਹੱਲਾ ਪੰਜਵਾਂ, ਸਲੋਕ। ਇਹ ਸਲੋਕ ਤੇ ਫਿਰ ਸ਼ੰਤ ਹੈ। ਪਹਿਲਾਂ ਇਕੱਲੇ ਸ਼ੰਤ ਸੀ, ਇੱਥੇ ਸਲੋਕ ਹੈ, ਫਿਰ ਸ਼ੰਤ ਹੈ। ਸਲੋਕ ਦੇ ਵਿੱਚ ਕੀ ਹੈ? ਪਤਿਤ ਅਸੰਖ ਪੁਨੀਤ ਕਰ, ਪੁਨਹ ਪੁਨਹ ਬਲਿਹਾਰ। ਬਈ ਅਸੰਖਾਂ ਪਤਿਤਾਂ ਨੂੰ ਪੁਨੀਤ ਕਰ ਦਿੰਦਾ ਹੈ, ਤੇ ਉਸ ਤੋਂ ਅਸੀਂ ਬਲਿਹਾਰੇ ਜਾਣਾ ਹੁੰਦਾ ਹੈ। ਇੱਕ ਨਹੀਂ, ਦੋ ਨਹੀਂ, ਅਸੰਖਾਂ ਪਤਿਤਾਂ ਨੂੰ ਉਹ ਪਵਿੱਤਰ ਕਰ ਦਿੰਦਾ, ਪੁਨੀਤ ਕਰ ਦਿੰਦਾ ਹੈ। ਪਰ ਜਿਹੜੇ ਉਸ ਤੋਂ ਗੁਰ ਦੇ ਗਿਆਨ ਲੈ ਕੇ ਬਲਿਹਾਰ ਜਾਂਦੇ ਨੇ, ਨਾਨਕ ਰਾਮ ਨਾਮ ਜਪ ਪਾਵਕੋ, ਤਿਨ ਕਿਲ ਵਿਖ ਦਾਹਨ ਹਾਰ। ਤੇ ਸਤਿਗੁਰ ਸਮਝਾਉਂਦੇ ਨੇ ਵੀ ਜਿਹੜਾ ਰਾਮ ਨਾਮ ਹੈ, ਇਹ ਅਗਨ ਦੀ ਤਰ੍ਹਾਂ ਹੈ। ਜਿਹੜਾ ਗੁਰਮੁਖਾਂ ਦੇ ਮੁਖੋਂ ਦਿੱਤਾ ਗਿਆਨ ਹੁੰਦਾ ਹੈ, ਗੁਰ ਹੈ, ਜਪਿਆ ਜਾਂਦਾ ਹੈ, ਤੇ ਉਹ ਕਿਵੇਂ ਹੈ? ਅਗਨ ਦੀ ਤਰ੍ਹਾਂ ਹੈ। ਅਗਨ ਦੇ ਵਿੱਚ ਕੀ ਗੁਣ ਹੈ ਕਿ ਅਗਨ ਧਾਤ ਨੂੰ ਸ਼ੁੱਧ ਕਰ ਦਿੰਦੀ ਹੈ, ਖੋਟ ਖਤਮ ਕਰ ਦਿੰਦੀ ਹੈ। ਜਿਵੇਂ ਸੋਨਾ ਹੈ, ਸੋਨੇ 'ਚ ਖੋਟ ਹੋਵੇ, ਸੋਨਾ ਅਗਨ ਤੇ ਤਪਤਾਉਣ ਦੇ ਨਾਲ ਸ਼ੁੱਧ ਹੋ ਜਾਂਦਾ ਹੈ, ਖਰਾ ਹੋ ਜਾਂਦਾ ਹੈ। ਇੱਦਾਂ ਹੀ ਜਿਹੜੇ ਜੀਵ ਗੁਰ ਤੋਂ ਬਲਿਹਾਰ ਜਾਂਦੇ ਨੇ, ਉਹਨਾਂ ਨੂੰ ਅਸੰਖਾਂ ਪਤਿਤਾਂ ਨੂੰ ਪੁਨੀਤ ਕਰ ਦਿੰਦਾ ਹੈ। ਨਾਨਕ ਰਾਮ ਨਾਮ ਜਪ ਪਾਵਕੋ, ਤਿਨ ਕਿਲ ਵਿਖ ਦਾਹਨ। ਕਿਲ ਵਿਖਾਂ ਨੂੰ ਨਾਸ ਕਰ ਦਿੰਦਾ, ਸਾੜ ਦਿੰਦਾ ਹੈ, ਸਾੜਨ ਦੀ ਤਾਕਤ ਰੱਖਦਾ ਹੈ। ਪਰ ਜਦੋਂ ਅਸੀਂ ਉਸ ਤੋਂ ਬਲਿਹਾਰੇ ਜਾਂਦੇ ਹਾਂ। ਆਓ ਅੱਗੇ ਸ਼ੰਤ ਹੈ
जप मना तू राम नारायण गोबिंदा हर माधो। उस मन जपदा है। किस दा ज्ञान जपना है? उस प्रभु दा ज्ञान देना। पर कदों? जदों आप अपना ज्ञान करवाउंदा है। वो नारायण है, वो गोबिंद है, वो हरि माधो, बहुत सारे नाम ने। फिर मन जपदा है जदों वो जपाउंदा है। ध्याए मना मुरार मुकंदे कटिए काल दुख फादो। ध्याउंदा है मन, ध्याउंदा है किस नूं? मुरार प्रभु नूं। मुकंद भी कह देता है, मुरार भी कह देता है, नारायण भी कह देता, गोबिंद भी कह देता। उसके अनेका नाम ने संसार दे विच रखे, लेकिन है एक क्यों जिहा है? प्रकाश रूप, अनुभव प्रकाश। कटिए काल दुख फादो। जेड़े दुख काल ने साडे मन दे विच दुखां दी फाही पाई है, उस नूं कटिया जांदा है। उस दे नाम नूं जप के जेड़े गुरमुख ने, जिन्हों आपां पहले ही दस के आए हैं कि जेड़े उस तो बलिहार जाते ने, वो साडे गल दे विच फाही नूं दुख साड़ देंदा है। गुर दा जेड़ा ज्ञान है। दुख हरन दीन सरन सिरी धर चरण कमल अराधिए। दुखां दा नाश करन वाला जेड़े दीन उसकी शरण में जाते ने, उन्हां दीनां दे दुखां दा नाश करता है। शरण श्री धर चरण कमल आराधिए। उसके चरण कमलों नूं आराधदे हाँ, तो उहदे चरण कमल आराधन नाल दुखां दा नाश हो जाता है। ते वो दीनां नूं अपनी शरण दे विच वसा लैंदा है। जम पंथ बेखड़ा अगन सागर निमक सिमरत साधी है। जेड़ा जमा दा रस्ता है, जेड़ा बेखड़ा मार्ग है, जेड़ा बहुत औखा है, भयानक मार्ग है, अगन सागर भी जिसनूं कहा है। एक निमक दे विच ही उन्हां जन्नां दा संग करके सिमरन दे नाल साडा जेड़ा मार्ग है साधिया जांदा है। पंथ मार्ग खत्म होके गोबिंद मार्ग ते साडा चाला हो जाता है। निराली चाल निराली हो जाती है। साडा मार्ग गोबिंद मार्ग हो जाता है। एक निमक ध्यान लगाउण दे विच ही। कल मलह दहता शुद्ध करता दिन सरैण आराधो। जेड़े कलमल ने साडे मन नूं पाप लगे ने, उन्हां नूं दहन करता है। उन्हां दा नाश करके साडे मन नूं शुद्ध कर दिंदा है। कल मलह दहता शुद्ध करता दिन सरैन आराधो। कहते ऐसे मालक नूं दिन रात आराधो। बिनवंत नानक करो कृपा गोपाल गोबिंद माधो। जदों कृपा करता है महाराज, जदों बेनती करते हाँ, हे सच्चे पातशाह कृपा करो साडे ते कि असी तैनूं दिन रैन आराधीए। किस नूं आराधीए? जिहड़े पापां दा नाश कर दिंदा है, दुखां दा नाश कर दिंदा है। सिमर मना दमोदर दुख हर पै पंजन हर राया। हुण समझाउंदे ने, हे मन सिमर किस नूं? दामोदर नूं, जिहड़ा दुखां दा नाश करन वाला, दुख हर पै पंजन, पै दा नाश करन वाला, दुखां तो सानू छुड़ाउण वाला है। हर राया हरि परमेश्वर, उसका सिमरन कर। श्री रंगो दयाल मनोहर भगत बसल बिरदाया। जिसका विरद है, दयालु है, मन नूं मोहण वाला है, भगत वशल है, भगतां दी राखी करन वाला है, उस श्री रंग परमेश्वर जो है उसनूं दिन रैन आराधना है। जिसका यह बिरद है कि अपने भगतां दी राखी करदा, अपने भगतां दे मन नूं मोह लैंदा है। भगत बशल पुरख पूर्ण मने चिंदिया पाइया।
ऐसा प्रभु भगत वैसल वो पूर्ण पुरख है, मने चिंदिया फल प्राप्त होंदा है। तम अंधकूप ते उधारे नाम मन बसाइए। जे असी गुर दे ज्ञान नूं लै के नाम नूं मन विच वसा लैंदे हां, जिन्हां दे मन विच वसिया है, फिर सानू अंधकूप तो उधर लैंदा है, सानू अंधकूप तो कढ लैंदा है, क्योंकि आपां सारे ही विकारां दे विच फसे हां। अंधकूप महा विकराल, नानक काढ़ लिहो प्रभ दयाल। ऐसे अंधकूप तो वो दयालु मालक अपने जनां दा संग करा के गुर दे ज्ञान द्वारा आप कढ लैंदा है, जिन्हां नूं वो पा जांदा है। गुर जिहड़े उस तो बार बार बलिहारे जांदे ने, असंखां नूं पतितां नूं पुनीत कर दिंदा है। सुर सिद्ध गण गंधर्व मुन जन गुण अनेक भगति गाया। सुर देवते कह देंदे ने, सिद्ध रिद्धियां सिद्धियां वाले होर गण गंधर्व नगर जिहड़ा है, होर मुनि जन, अनेकां तरह दे जीव ने जिहड़े ਉਹ ਇਹ ਗਿਆਨ ਲੈ ਸਕਦੇ ਨੇ ਜਦੋਂ ਸੰਤ ਜਨਾਂ ਦਾ ਸੰਗ ਕਰਦੇ ਨੇ, ਜਿਹੜੇ ਪ੍ਰਭੂ ਦੇ ਗੁਣ ਗਾਉਂਦੇ ਨੇ। गुण अनेक भगति गाया। बिनवंत नानक करो कृपा पार ब्रह्म हर राया। जदों आप प्रभु कृपा करता है पार ब्रह्म, फिर आप अपना ज्ञान देख के सानू कढ लैंदा है। कोई किते फसिया है, कोई रिद्धि सिद्धियां च फसिया है, कोई देवलोक दे विच है, कोई गंधर्व नगरी दे विच है, कोई मुनि जन ने, सारियां नू आप कृपा करके उधर लैंदा है। पर जेड़े ज्ञान लैके उस तो बलिहारे जाते ने, बार बार बलिहारे जाते ने। चेत मना पार ब्रह्म परमेश्वर सर्व कला जिन तारी। मन चेतदा है किसनू? पार ब्रह्म परमेश्वर नू, जिहदी ये सारी कला वरताई हुई है। करुणा मैं समर्थ स्वामी घट घट प्राण आधारी। उस प्रभु दे चरनां दे विच जिथे आ वसदा है, असी उसदी शरण विच चले जांदे हां। जिहड़ा जीव आप जांदा है, उसनूं घट घट दे विच मालिक दा ज्ञान हो जांदा है, ते फिर उस प्रभु दे चरण कमलां दे नाल वो जीव दसदा भी किवें अपने अंतरगत असी जुड़ना है उस प्रभु दे नाल, जो कि घट घट दे विच वसदा, कोई भी उस तो खाली नहीं है। वो है प्राणां नूं आधार बनाउणा पैंदा है। पहला गुर दा ज्ञान लैके पहला प्राणां नूं आधार बना के उसनूं आराधदे हां, क्योंकि जिहड़े आप आराधदे ने वो सानूं दसदे ने किवें उस प्रभु दी शरण दे विच जाना है, जो प्राणपत दाता है। प्राण मन तन जी दाता बेअंत अगम अपारो। वो बेअंत है, अगम है, अपार है। वो साडे मन जिन्नी देर शरीर च है, तन नूं, तन कदों तक जिउंदा है? जदों इसनूं सवास आउंदे ने। वो कौन देंदा है? आप मालिक। शरण जोग समर्थ मोहन सर्व दोख विदारो। वो शरण दे जोग है, वो समर्थ है, मन नूं मोहन वाला है, साडे सारे दोख खत्म कर देंदा है, सारे दोखां दा नाश करन दे समर्थ है। क्योंकि प्रभु दा नाम है, एक नहीं करोड़ा पापां दा नाश करता है। हर का नाम कोट पाप पर हरै। करोड़ा पापां दा नाश करने वाला है। पर जेड़े जीव शरण च जाके गुर दा ज्ञान लैके उस तो बलिहारे जांदे ने, जेड़े उसनूं सुन के मन के चलते ने, बलिहार जाते ने। बलिहारी गुर अपने दिहाड़ी सदवार, जिन मानस ते देवते किए करत न लागी बार। रोग सोग सब दोख विनसै जपत नाम मुरारी। भी उस मुरारी, उस परमेश्वर दे नाम जपन दे नाल सारे रोग सोग सब खत्म हो जाते ने, दोख विनस जाते ने।
ਬਿਨਵੰਤ ਨਾਨਕ ਕਰੋ ਕਿਰਪਾ, ਸਮਰੱਥ ਸਭ ਕਲ ਧਾਰੀ। ਜਦੋਂ ਇਹ ਕਿਰਪਾ ਕਰਦਾ ਹੈ, ਉਹ ਸਮਰੱਥ ਆਪ ਕਲਾ ਧਾਰ ਕੇ ਕਿਸੇ ਦੇ ਮਨ ਵਿੱਚ ਵਸਦਾ ਹੈ, ਤੇ ਉਹਦੇ ਦੁਆਰਾ ਫਿਰ ਜਦੋਂ ਸਾਨੂੰ ਇਹ ਗਿਆਨ ਦਿੰਦਾ ਹੈ, ਅਸੀਂ ਉਸ ਨੂੰ ਜਪਦੇ ਹਾਂ ਤੇ ਆਉਂਦੇ ਹਾਂ, ਸਾਰੇ ਦੁੱਖਾਂ ਪਾਪਾਂ ਦਾ ਨਾਸ ਕਰ ਦਿੰਦਾ ਹੈ। ਗੁਣ ਗਾਓ ਮਨਾ ਅਚੁੱਤ ਅਵਿਨਾਸੀ, ਸਭ ਤੇ ਊਚ ਦਿਆਲਾ। ਫਿਰ ਉਹ ਮਨ ਗੁਣ ਗਾਉਂਦਾ ਹੈ ਕਿਸ ਦੇ? ਜੋ ਸਭ ਤੋਂ ਉੱਚਾ ਹੈ, ਜੋ ਅਚੁੱਤ ਹੈ, ਅਵਿਨਾਸੀ ਹੈ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੇ ਸਦਾ ਸੰਗ, ਨਿਧਾਰਾ ਆਧਾਰ। ਤੇ ਐਸਾ ਪ੍ਰਭੂ ਕਿੱਥੇ ਹੈ? ਸੰਤਾਂ ਦੇ ਸਦਾ ਸੰਗ ਵਸਦਾ ਹੈ। ਤੇ ਫਿਰ ਉਹਨਾਂ ਦੁਆਰਾ ਗਿਆਨ ਦਿੰਦਾ ਹੈ। ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ। ਤੇ ਕਹਿੰਦੇ ਸਾਰਿਆਂ ਦੇ ਨਾਲ ਵਸਦਾ, ਸਾਰਾ ਸੰਸਾਰ ਉਰਜਿਆ ਹੈ, ਪਰ ਉਸ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ, ਜਿਹੜਾ ਕਿਸੇ ਦੇ ਮਸਤਕ ਤੇ ਇਹ ਲੇਖ ਲਿਖਦਾ ਹੈ। ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਉਹਦੀ ਮੁੱਖ ਉਸਤਤ ਨਹੀਂ ਕੀਤੀ ਜਾ ਸਕਦੀ, ਸਿਰਫ ਉਸ ਨੂੰ ਮੋਹਿਆ ਜਾਂਦਾ ਹੈ ਦਰਸ਼ਨ ਕਰਕੇ ਹੀ। ਉਸਦੀ ਉਸਤਤ ਮੁੱਖੋਂ ਨਹੀਂ ਹੁੰਦੀ, ਕਿਉਂਕਿ ਕਹਿਣ ਕਹਾਉਣ ਦੇ ਚ ਨਹੀਂ। ਜਿਹੜੇ ਦਰਸ਼ਨ ਕਰਦੇ ਨੇ ਉਹ ਮੋਹ ਲੈਂਦੇ ਨੇ। ਹੇ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖੂ ਹੀ ਪੁਰੋਏ। ਫਿਰ ਉਸ ਪ੍ਰਭੂ ਦੇ ਦਰ ਤੇ ਜਦੋਂ ਕਹਿੰਦੇ ਵੀ ਮੇਰੇ ਕੋਲ ਕੋਈ ਗੁਣ ਨਹੀਂ ਹੈ, ਇਸ ਤਾਂ ਨਿਰਗੁਣ ਹਾਂ, ਗੁਣਾਂ ਤੋਂ ਹੀਣੇ ਹਾਂ, ਫਿਰ ਮਾਲਕ ਦਿਆ ਕਰਦਾ ਹੈ, ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਠਾਕੁਰ ਹੈ। ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖੂ ਹੀ ਪਰੋਏ। ਵੀ ਸਾਨੂੰ ਨਾਮਦਾਨ ਬਖਸ਼ੋ, ਅਸੀਂ ਹਿਰਦੇ 'ਚ ਪਰੋ ਕੇ ਰੱਖਾਂਗੇ ਤੇਰੇ ਨਾਮ ਨੂੰ। ਬਿਸੰਬਰ ਦੇਵਨ ਕੋ ਏਕੈ, ਸਰਬ ਕਰੈ ਪਿਰਤਪਾਲਾ। ਸਾਰੇ ਸੰਸਾਰ ਨੂੰ ਦੇਣ ਵਾਲਾ ਇੱਕ ਪ੍ਰਭੂ ਹੈ, ਸਾਰਿਆਂ ਦਾ ਪਾਲਣ ਪੋਸ਼ਣ ਵੀ ਕਰਨ ਵਾਲਾ ਆਪ ਹੈ। ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਉਸੇ ਦੇ ਉਹ ਗੁਣ ਗਾਉਂਦੇ ਨੇ, ਜਿਹੜਾ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਜਿਹੜਾ ਅਵਿਨਾਸੀ ਹੈ। ਪਿਰਤਪਾਲ ਮਹਾਦਿਆਲ ਦਾਨਾ, ਦਇਆ ਧਾਰੇ ਸਭ ਕਿਸੈ। ਉਹ ਇਹ ਨਹੀਂ ਵੀ ਇੱਕ ਤੇ, ਉਹ ਪਿਰਤਪਾਲ ਹੈ, ਸਾਰੇ ਸੰਸਾਰ ਨੂੰ ਪਾਲਣਹਾਰ ਹੈ, ਮਹਾਦਿਆਲੂ ਹੈ, ਉਹ ਦਾਨਾ ਬੀਨਾ ਹੈ, ਦਇਆ ਧਾਰਦਾ ਹੈ, ਇੱਕ ਤੇ ਨਹੀਂ ਸਭ ਤੇ, ਦਇਆ ਧਾਰੈ ਸਭ ਕਿਸੈ। ਕਾਲ ਕੰਟਕ ਲੋਭ ਮੋਹ ਨਾਸੈ, ਜੀ ਜਾ ਕੇ ਪ੍ਰਭ ਵਸੈ। ਵੀ ਜਿਹਦੇ ਤੇ ਕਿਰਪਾ ਕਰਦਾ, ਜਿਹਦੇ ਸੰਗ ਵਸ ਜਾਂਦਾ ਹੈ ਉਹ ਪ੍ਰਭੂ, ਉਹਨਾਂ ਦੇ ਅੰਦਰੋਂ ਕਾਲ ਕੰਟਕ ਮਾਰ ਦਿੰਦਾ ਹੈ, ਉਹਨਾਂ ਦੇ ਅੰਦਰੋਂ ਲੋਭ ਮੋਹ ਖਤਮ ਹੋ ਜਾਂਦੇ ਨੇ, ਦੂਰ ਨਸ ਜਾਂਦੇ ਨੇ, ਜਿਨ੍ਹਾਂ ਦੇ ਆਪ ਸੰਗੀ ਬਣ ਜਾਂਦਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਆਪ ਵਸਦਾ ਹੈ। ਸੁਪ੍ਰਸੰਨ ਦੇਵਾ ਸਫਲ ਸੇਵਾ, ਭਈ ਪੂਰਨ ਕਾਲਾ। ਜਦੋਂ ਉਹ ਖੁਸ਼ ਹੋ ਜਾਂਦਾ ਪ੍ਰਭੂ, ਫਿਰ ਉਹ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ, ਜਿੱਥੇ ਸੇਵਾ ਸਫਲ ਹੈ, ਜਿੱਥੇ ਸਾਡੀ ਜਿਹੜੀ ਕਾਲਨਾ ਪੂਰੀ ਹੁੰਦੀ ਹੈ, ਧਿਆਨ ਦੇ ਨਾਲ ਸਾਡੀ ਕਾਲਨਾ ਥਾਂ ਪੈਂਦੀ ਹੈ, ਉਹ ਆਪ ਖੁਸ਼ ਹੋ ਕੇ ਫਿਰ ਸਾਨੂੰ ਇਸ ਮਾਰਗ ਦੇ ਵਿੱਚ ਲਾਉਂਦਾ ਹੈ। ਬਿਨਵੰਤ ਨਾਨਕ ਇੱਛ ਪੁੰਨੀ, ਜਪਤ ਦੀਨ ਦਿਆਲਾ। ਇੱਛਾ ਪੂਰੀ ਹੋ ਜਾਂਦੀ, ਮਹਾਰਾਜ ਸਮਝਾਉਂਦੇ ਨੇ ਵੀ ਇੱਦਾਂ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ, ਫਿਰ ਉਸ ਦੀਨ ਦਿਆਲੂ ਪ੍ਰਭੂ ਨੂੰ ਜੀਵ ਜਪਦਾ, ਉਸ ਦੇ ਗੁਣ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ। ਜਿਹੜੇ ਲੋਚਦੇ ਨੇ, ਫਿਰ ਖੁਸ਼ ਹੁੰਦਾ ਹੈ, ਮਨ ਵਿੱਚ ਵਸਦਾ ਹੈ, ਫਿਰ ਆਪਣੀ ਸਿਫਤ ਸਲਾਹ ਆਪ ਕਰਾਉਂਦਾ ਹੈ। ਫਿਰ ਜਿੱਥੇ ਦਰਸ਼ਨ ਹੀ ਨੇ, ਆਪ ਵੀ ਦਰਸ਼ਨ ਕਰਦਾ ਹੈ, ਦੂਜਿਆਂ ਨੂੰ ਵੀ ਉਹ ਜੁਗਤੀ ਗਿਆਨ ਦਿੰਦੇ ਨੇ ਵੀ ਇਸ ਤਰੀਕੇ ਨਾਲ ਅਸੀਂ ਉਸਦੇ ਦਰਸ਼ਨ ਕਰ ਸਕਦੇ ਹਾਂ। ਪਿਆਰ ਹੀ ਪ੍ਰਭੂ ਦੀ ਭਗਤੀ ਹੈ, ਪ੍ਰੇਮ ਹੀ ਦੁਆਰਾ ਹੀ ਆਪਾਂ ਉਸ ਨੂੰ ਪਾ ਸਕਦੇ ਹਾਂ।
ਹੋਰ ਕਿਸੇ ਕੀਮਤ ਤੇ ਪੁੰਨ ਦਾਨ ਕਰਕੇ ਕੁਛ ਵੀ ਕਰਕੇ ਉਹ ਭਿੱਜਦਾ ਨਹੀਂ ਹੈ। ਉਹ ਭਿੱਜਦਾ ਹੈ ਜਦੋਂ ਅਸੀਂ ਮਨ ਦਾ ਲੇਖਾ ਲਿਖਣਾ ਸਿੱਖਦੇ ਹਾਂ, ਸੱਚੇ ਨਾਮ ਦਾ ਲੇਖਾ ਲਿਖਦੇ ਹਾਂ। ਲੇਖਾ ਲਿਖੀਐ ਮਨ ਕੈ ਪਾਏ, ਨਾਨਕ ਭੀਜੈ ਸਾਚੈ ਨਾਏ। ਸੋ ਆਓ ਗੁਰਮੁਖ ਪਿਆਰਿਓ, ਹੁਣ ਆਪਾਂ ਥੋੜ੍ਹਾ ਜਿਹਾ ਲੇਟ ਵੀ ਹੋ ਗਏ ਕਿਉਂਕਿ 2 ਲੰਮੇ ਸ਼ਬਦ ਸੀ। ਆਓ ਆਪਾਂ 5-7 ਮਿੰਟ ਆਪਣੇ ਉੱਤੇ ਵੀ ਲੱਗਣਗੇ। ਆਓ ਆਪਾਂ ਧਿਆਵਨਾਸ ਕਰੀਏ। ਪ੍ਰੇਮਾ ਭਗਤੀ ਕਿਵੇਂ ਕਰਨੀ ਹੈ, ਕਿਵੇਂ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਣਾ ਹੈ, ਦਰਸ਼ਨ ਕਰਨੇ ਨੇ, ਤੇ ਜਿਹਦੇ ਦੁਆਰਾ ਫਿਰ ਸਾਡਾ ਜੀਵਨ ਸਫਲ ਹੋਣਾ ਹੈ। ਆਓ ਕਿਵੇਂ ਕਰਨੇ ਨੇ। ਦੋਨਾਂ ਨੇਤਰਾਂ ਨੂੰ ਪਹਿਲਾਂ ਜਿੱਥੋਂ ਪ੍ਰਾਣ ਆਉਂਦੇ ਨੇ ਇੱਥੇ ਆਧਾਰ ਬਣਾਉਣਾ ਪੈਂਦਾ ਹੈ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਨਾ ਹੈ, ਤੇ ਇੱਥੇ ਇੱਕ ਮਨ ਇੱਕ ਚਿੱਤ ਦਾ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਂਦੇ ਹਾਂ। ਜਦੋਂ ਆਪਾਂ ਆਪਣੀ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਾਂਗੇ, ਇਸ ਪੁਆਇੰਟ ਤੇ ਦੇਖਾਂਗੇ, ਆਪਾਂ ਇਹ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਨੱਕ ਨਹੀਂ ਦਿਸਦਾ ਫਿਰ ਆਪਾਂ ਇੱਕ ਮਨ ਹੀ ਹਾਂ, ਇੱਕ ਚਿੱਤ ਹਾਂ। ਜੇ ਦਿਸਦਾ ਹੈ ਫਿਰ ਅਸੀਂ ਇੱਕ ਮਨ ਇੱਕ ਚਿੱਤ ਨਹੀਂ ਹਾਂ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਹੈ ਕਿ ਅਸੀਂ ਕਿਸ ਪਾਸੇ ਕਿਸ ਦੀ ਸੇਵਾ ਕਰਦੇ, ਕਿਸ ਦੀ ਪੂਜਾ ਕਰਦੇ ਹਾਂ, ਕਿੱਥੇ ਅਸੀਂ ਸਵਾਸ ਜਮ੍ਹਾਂ ਕਰਾਉਂਦੇ ਹਾਂ। ਜੇ ਧਿਆਨ ਸੱਜੇ ਪਾਸੇ ਹੈ, ਆਪਾਂ ਸਾਰੇ ਸਵਾਸਾਂ ਨੂੰ ਕਿੱਥੇ ਖਰਚ ਦਿੰਦੇ, ਤਮੋ ਹੱਟ ਤੇ। ਜੇ ਖੱਬੇ ਹੈ ਫਿਰ ਆਪਾਂ ਕਿੱਥੇ ਖਰਚ ਦਿੰਦੇ, ਰਜੋ ਹੱਟ ਤੇ। ਜੇ ਦਵੱਲਿਓਂ ਦਿਸਦਾ ਹੈ, ਵਿਚਾਲੇ ਧਿਆਨ ਹੈ ਲੇਕਿਨ ਨੱਕ ਦਿਸਦਾ ਹੈ, ਫਿਰ ਆਪਾਂ ਸਤੋ ਹੱਟ ਤੇ ਖਰਚ ਦਿੰਦੇ ਹਾਂ, ਇੱਥੇ ਤੱਕ ਵਣਜ ਕਰਦੇ ਹਾਂ। ਜੇ ਨਜ਼ਰ ਨਹੀਂ ਆਉਂਦਾ ਫਿਰ ਅਸੀਂ ਇੱਕ ਦ੍ਰਿਸ਼ਟ ਹਾਂ, ਜਿੱਥੇ ਸਾਨੂੰ ਦੱਸਿਆ ਹੈ ਕਿ ਕੁਛ ਜੀਵ ਗੰਧਰਵ ਨਗਰ 'ਚ ਨੇ, ਕੁਛ ਦੇਵਤਾ ਲੋਕ ਦੇ ਵਿੱਚ ਨੇ। ਪਰ ਜਦੋਂ ਫਿਰ ਇਹ ਗਿਆਨ ਲੈਣਗੇ, ਚੱਲਣਗੇ, ਫਿਰ ਸਾਰੇ ਹੀ ਉਸ ਪ੍ਰਭੂ ਨੂੰ ਜਾਣ ਲੈਣਗੇ। ਇੰਨਾ ਆਪਾਂ ਪਰਖਣਾ ਹੈ ਇੱਥੇ ਧਿਆਨ ਲਾ ਕੇ। ਇਸ ਤੋਂ ਬਾਅਦ ਫਿਰ ਆਪਾਂ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਦੇਖਣਾ ਹੈ। ਇਸ ਤੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਚੁੱਕਦੇ ਨੇ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ ਤੇ ਸਮ ਕਰਕੇ ਦੇਖਣਾ ਹੈ। ਜੇਕਰ ਕੋਈ ਨਵਾਂ ਜੀਵ ਹੈ ਉਸਨੇ ਚੈੱਕ ਕਰਨਾ, ਜੇ ਪਹਿਲਾਂ ਨੱਕ ਦਿਸਦਾ ਹੈ, ਦੁਬਾਰਾ ਜਦੋਂ ਧਿਆਨ ਲਾ ਕੇ ਫਿਰ ਵਾਪਸ ਆ ਕੇ ਦੇਖਾਂਗੇ, ਫਿਰ ਦੇਖਣਾ ਜੇ ਦਿਸਣੋਂ ਹਟ ਗਿਆ, ਇੱਕ ਦ੍ਰਿਸ਼ਟ ਹੋ ਗਏ। ਪਰ ਕਰਨਾ ਵਿਸ਼ਵਾਸ ਦੇ ਨਾਲ ਹੈ। ਆਓ ਪਹਿਲਾਂ ਦ੍ਰਿਸ਼ਟੀ ਨੂੰ ਇੱਥੇ ਸਮ ਕਰੀਏ। ਇੱਥੇ ਆਪਣੇ ਧਿਆਨ ਨੂੰ ਫੋਕਸ ਕਰਕੇ ਆਪਣੇ ਆਪ ਨੂੰ ਦੇਖੋ, ਥੋੜ੍ਹਾ ਸਮਝੋ ਕਿ ਧਿਆਨ ਕਿਸ ਪਾਸੇ ਹੈ, ਸਾਡੀ ਕੀ ਅਵਸਥਾ ਹੈ ਮਨ ਦੀ, ਧਿਆਨ ਦੀ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੋ। ਫਿਰ ਸਾਹਮਣੇ ਲੈ ਆਓ।
फिर सम करके अपने आप नूं देखो, दृष्टि नूं इत्थे फोकस करके अपने आप नूं देखो। जो कोई नवा जीव जो पहला दख दिसदा सी वो देखो कि जिसनों हट गया, एक मन हो गया, एक चित्त हो गया। नीचे लैके जाओ ध्यान, नीचे जो भी थले विछया साडे जिथे आपां बैठे, चादर जो भी फर्श जिथे भी आपां बैठे हाँ, थले धरती तो फर्श तो चादर तो थोड़ा उत्ते देखण दी कोशिश करो, ध्यान टिकाउण दी कोशिश करो थोड़ा उत्ते। इत्थे सानू प्रकाश अनुभव होना शुरू हो जाएगा। इत्थे प्रकाश दीयां लहरां जिवें सरोवर दे विच जल दीयां लहरां हुंदियां ने, इदां इत्थे सानू प्रकाश दीयां लहरां, प्रकाश दीयां तरंगां एक हलचल अनुभव होनी शुरू होएगी। सम करके देखिए अपने आप नूं। फिर नीचे ले जाओ ध्यान।
फिर सम करके देखिए अपने आप ਨੂੰ। फिर नीचे ले जाओ ध्यान। फिर सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਾਂ ਧਿਆਉਣਾ ਹੈ ਉਸ ਪ੍ਰਭੂ ਨੂੰ। ਦਰਸ਼ਨਾਂ ਦੀ ਪਿਆਸ ਰੱਖਣੀ ਹੈ। ਜਦੋਂ ਦਰਸ਼ਨ ਹੋ ਜਾਂਦੇ ਨੇ ਫਿਰ ਸਾਡਾ ਜਨਮ ਮਰਨ ਖਤਮ ਹੋ ਜਾਂਦਾ ਹੈ, ਕਿਉਂਕਿ ਦਰਸ਼ਨ ਕਰਨ ਵਾਸਤੇ ਹੀ ਆਪਾਂ ਸੰਸਾਰ 'ਚ ਆਏ ਹਾਂ। ਉਸ ਨੂੰ ਮਿਲਣ ਦੇ ਵਾਸਤੇ ਹੀ ਆਪਾਂ ਨਾ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਜੇ ਆਪਾਂ ਇੱਦਾਂ ਹੀ ਗਵਾ ਦਿੱਤਾ ਫਿਰ ਸਾਡਾ ਆਉਣ ਦਾ ਸੰਸਾਰ ਦੇ ਵਿੱਚ ਕੋਈ ਫਾਇਦਾ ਨਹੀਂ ਹੈ। ਸੋ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।